ਅਸੀਂ ਪੂਰਾ ਉਹਨਾਂ ਨੂੰ ਜਾਣਕਾਰੀ ਦੇ ਦਿੱਤੀ ਜਾਂਦੀ ਹੈ। ਪਰ ਉਸ ਤੋਂ ਬਾਵਜੂਦ ਵੀ ਬਾਅਦ 'ਚ ਕੁਝ ਪੁਲਿਸ ਅਧਿਕਾਰੀਆਂ ਵੱਲੋਂ ਆ ਕੇ ਮਿਸਬਿਹੇਵ ਕੀਤਾ ਜਾਂਦਾ ਹੈ। ਅਸੀਂ ਉਹਨੂੰ ਇੱਕ ਲੋਕਾਂ ਤੱਕ ਆਨਲਾਈਨ ਵੀਡੀਓ ਲਾਈਵ ਕਰਕੇ ਦਿਖਾਉਂਦੇ ਹਾਂ ਕਿ ਸਾਡੇ ਨਾਲ ਧੱਕਾ ਹੋ ਰਿਹਾ, ਜਿਹਦੇ ਵਿੱਚ ਫਿਰ ਬਾਅਦ ਵਿੱਚ ਕੁਝ ਮਰੀਜ਼ਾਂ ਵੱਲੋਂ ਰੋਸ ਕੀਤਾ ਜਾਂਦਾ ਹੈ, ਕੁਝ ਨਾਅਰੇਬਾਜ਼ੀ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ 19 ਜਾਣੇ ਤੇ ਪਰਚਾ ਹੋ ਜਾਂਦਾ ਹੈ। ਫਿਰ ਪਰਚੇ ਤੋਂ ਬਾਅਦ ਕਾਫੀ ਦੇਰ ਤੱਕ ਇਹ ਡਰਾਮਾ ਚੱਲਦਾ ਰਹਿੰਦਾ ਹੈ। ਉਸ ਤੋਂ ਬਾਅਦ ਮੇਰੀ ਗ੍ਰਿਫਤਾਰੀ ਹੁੰਦੀ ਹੈ। ਹਰ ਚੀਜ਼ ਮੈਂ ਲਾਈਵ ਦਿਖਾਲੀ ਹੈ, ਕਿਵੇਂ ਮੈਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, ਕਿਵੇਂ ਜੇਲ੍ਹ 'ਚ ਸੁੱਟਿਆ ਜਾਂਦਾ ਹੈ। ਸਾਡੇ ਉੱਤੇ 353, 188 ਔਰ 2 ਕੁਝ ਹੋਰ ਇਹਨਾਂ ਨੇ ਲਗਾਈਆਂ ਸੀਗੀਆਂ ਧਾਰਾਵਾਂ। ਅਗਰ ਹਸਪੀਟਲ ਬੰਦ ਹੋ ਜਾਂਦਾ ਤੇ ਫਿਰ ਵੀ ਅਸੀਂ ਸੜਕ 'ਤੇ ਤੰਬੂ ਲਾ ਕੇ ਲੋਕਾਂ ਦੀ ਸੇਵਾ ਜਾਰੀ ਰੱਖਣੀ ਸੀਗੀ। ਨਵਤੇਜ ਸਿੰਘ ਗੁੱਗੂ ਜੋ ਕਿ ਕਾਫੀ ਦਿਨਾਂ ਤੋਂ ਚਰਚਾ ਦੇ ਵਿੱਚ ਤਾਂ ਸੁਰਖੀਆਂ ਦੇ ਵਿੱਚ ਦੇਖਣ ਨੂੰ ਮਿਲ ਰਹੇ ਆ, ਤੇ ਉਹਨਾਂ ਵੱਲੋਂ ਕੁਝ ਦਿਨ ਪਹਿਲਾਂ ਇੱਕ ਮਾਮਲਾ ਉਹਨਾਂ 'ਤੇ ਦਰਜ ਹੁੰਦਾ ਤੇ ਪੁਲਿਸ ਵੱਲੋਂ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ। ਅੱਜ ਸਾਡੇ ਨਾਲ ਮੌਜੂਦ ਨੇ ਨਵਤੇਜ ਹਿਊਮੈਨਿਟੀ ਕਲੱਬ ਦੇ ਇੰਚਾਰਜ ਨਵਤੇਜ ਸਿੰਘ ਗੁੱਗੂ, ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਸਾਰਾ ਮਾਮਲਾ ਸੀ। ਹਾਂਜੀ ਨਵਤੇਜ ਜੀ, ਕੀ ਸਾਰਾ ਮਾਮਲਾ ਸੀਗਾ ਕਿ ਜਿਹੜਾ ਤੁਹਾਡੇ ਤੇ ਪਰਚਾ ਦਰਜ ਹੁੰਦਾ? ਦੇਖੋ, ਇਹਦੇ ਵਿੱਚ ਵੈਸੇ ਤਾਂ ਮੈਂ ਹਰ ਚੀਜ਼ ਲੋਕਾਂ ਨੂੰ ਲਾਈਵ ਕਰਕੇ ਹਰ ਪਲ ਪਲ ਦੀ ਜਿਹੜੀ ਜਾਣਕਾਰੀ ਦਿੰਦਾ ਰਿਹਾ ਹਾਂ। ਫਿਰ ਵੀ ਚਲੋ ਇੱਕ ਪੇਸ਼ੈਂਟ ਆਇਆ ਸੀਗਾ ਸਾਡੇ ਕੋਲ ਜਿਹੜਾ ਕਿ ਪੁਲਿਸ ਨੂੰ ਲੋੜੀਂਦਾ ਸੀਗਾ, ਪਰ ਉਹਦੀ ਲੱਤ ਟੁੱਟੀ ਸੀ ਗੱਡੀ 'ਚ ਵੱਜ ਕੇ। ਸਾਨੂੰ ਨਹੀਂ ਪਤਾ ਕਿ ਉਹਦੀ ਲੱਤ ਕਿਵੇਂ ਟੁੱਟੀ ਹੈ। ਵੈਸੇ ਤਾਂ ਗੱਡੀ ਵਿੱਚ ਵੱਜ ਕੇ ਹੀ ਟੁੱਟੀ, ਬਾਅਦ 'ਚ ਵੀ ਇਹੀ ਕਲੀਅਰ ਹੋਇਆ। ਪਰ ਉਹ ਕਿਤੇ ਨਾ ਕਿਤੇ ਕੋਈ ਦੁਰਘਟਨਾ ਹੋਈ ਸੀਗੀ ਜਿੱਥੇ ਉਹਦੀ ਲੱਤ ਟੁੱਟ ਗਈ ਸੀਗੀ ਔਰ ਕੋਈ ਵਾਰਦਾਤ ਸੀਗੀ। ਪਰ ਸਾਡੇ ਕੋਲ ਜਦੋਂ ਮਰੀਜ਼ ਆਇਆ ਉਹਨੇ ਕਿਹਾ ਕਿ ਮੇਰੀ ਲੱਤ ਟੁੱਟੀ ਆ। ਅਸੀਂ ਇੱਕ ਡਾਕਟਰ ਹੋਣ ਦੇ ਨਾਤੇ, ਇੱਕ ਜ਼ਿੰਮੇਵਾਰ ਹਸਪੀਟਲ ਹੋਣ ਦੇ ਨਾਤੇ ਅਸੀਂ ਉਹਦਾ ਇਲਾਜ ਕੀਤਾ। ਇੱਕ ਦਿਨ ਉਹਨੂੰ ਆਪਣੇ ਕੋਲ ਰੱਖਿਆ। ਫਿਰ ਉਸ ਤੋਂ ਬਾਅਦ ਉਹ ਇੱਕ ਫੌਜੀ ਸੀਗਾ, ਉਹਨੇ ਕਿਹਾ ਕਿ ਮੈਂ ਆਰਮੀ ਹਸਪੀਟਲ 'ਚ ਆਪਣਾ ਇਲਾਜ ਕਰਾਉਣਾ ਚਾਹੁੰਦਾ। ਅਸੀਂ ਉਹਨਾਂ ਨੂੰ ਉਹਨਾਂ ਦੀ ਇੱਛਾ ਅਨੁਸਾਰ ਰੈਫਰ ਕਰ ਦਿੱਤਾ ਕਿ ਤੁਸੀਂ ਜਿਸ ਵੀ ਹਸਪੀਟਲ ਜਾ ਕੇ। ਘੰਟੇ ਬਾਅਦ ਸਾਡੇ ਕੋਲ ਪੁਲਿਸ ਆਉਂਦੀ ਹੈ, ਕਹਿੰਦੀ ਕਿ ਸਾਨੂੰ ਉਹ ਬੰਦਾ ਲੋੜੀਂਦਾ ਹੈ ਔਰ ਸਾਨੂੰ ਪੁਲਿਸ ਕੋਲੋਂ ਬਾਅਦ 'ਚ ਪਤਾ ਲੱਗਦਾ ਹੈ ਕਿ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹਨਾਂ ਨੇ। ਅਸੀਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਐਂਬੂਲੈਂਸ ਦਾ ਨੰਬਰ, ਪਲੇਟ ਨੰਬਰ, ਐਂਬੂਲੈਂਸ ਦੇ ਡਰਾਈਵਰ ਦਾ ਨੰਬਰ, ਐਂਬੂਲੈਂਸ ਦੇ ਡਰਾਈਵਰ ਦਾ ਨਾਮ ਔਰ ਅੰਮ੍ਰਿਤਸਰ ਨੂੰ ਉਹ ਗਏ ਸੀਗੇ, ਅਸੀਂ ਪੂਰਾ ਉਹਨਾਂ ਨੂੰ ਜਾਣਕਾਰੀ ਦੇ ਦਿੱਤੀ ਜਾਂਦੀ ਹੈ। ਪਰ ਉਸ ਤੋਂ ਬਾਵਜੂਦ ਵੀ ਬਾਅਦ 'ਚ ਕੁਝ ਪੁਲਿਸ ਅਧਿਕਾਰੀਆਂ ਵੱਲੋਂ ਆ ਕੇ ਮਿਸਬਿਹੇਵ ਕੀਤਾ ਜਾਂਦਾ ਹੈ। ਉਸ ਮਿਸਬਿਹੇਵ ਤੋਂ ਬਾਅਦ ਇੱਕ ਮਿਸਅੰਡਰਸਟੈਂਡਿੰਗ ਹੋ ਜਾਂਦੀ ਹੈ। ਉਸ ਤੋਂ ਬਾਅਦ ਇੱਕ ਮਾਹੌਲ ਇੱਦਾਂ ਦਾ ਬਣਦਾ ਹੈ ਕਿ ਜਿਹੜੇ ਹਸਪੀਟਲ 'ਚ ਮਰੀਜ਼ ਨੇ, ਸਟਾਫ, ਉਹਨਾਂ ਦੇ ਵਿੱਚ ਇੱਕ ਰੋਸ ਦੇ ਤੌਰ 'ਤੇ ਉਹ ਅਸੀਂ ਉਹਨੂੰ ਇੱਕ ਲੋਕਾਂ ਤੱਕ ਆਨਲਾਈਨ ਵੀਡੀਓ ਲਾਈਵ ਕਰਕੇ ਦਿਖਾਉਂਦੇ ਹਾਂ ਕਿ ਸਾਡੇ ਨਾਲ ਧੱਕਾ ਹੋ ਰਿਹਾ, ਜਿਹਦੇ ਵਿੱਚ ਫਿਰ ਬਾਅਦ ਵਿੱਚ ਕੁਝ ਮਰੀਜ਼ਾਂ ਵੱਲੋਂ ਰੋਸ ਕੀਤਾ ਜਾਂਦਾ ਹੈ, ਕੁਝ ਨਾਅਰੇਬਾਜ਼ੀ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ 19 ਜਾਣੇ ਤੇ ਪਰਚਾ ਹੋ ਜਾਂਦਾ ਹੈ। ਫਿਰ ਪਰਚੇ ਤੋਂ ਬਾਅਦ ਕਾਫੀ ਦੇਰ ਤੱਕ ਇਹ ਡਰਾਮਾ ਚੱਲਦਾ ਰਹਿੰਦਾ ਹੈ। ਉਸ ਤੋਂ ਬਾਅਦ ਮੇਰੀ ਗ੍ਰਿਫਤਾਰੀ ਹੁੰਦੀ ਹੈ। ਹਰ ਚੀਜ਼ ਮੈਂ ਲਾਈਵ ਦਿਖਾਲੀ ਹੈ, ਕਿਵੇਂ ਮੈਨੂੰ ਗ੍ਰਿਫਤਾਰ ਕੀਤਾ ਜਾਂਦਾ, ਕਿਵੇਂ ਜੇਲ੍ਹ 'ਚ ਸੁੱਟਿਆ ਜਾਂਦਾ ਹੈ ਔਰ ਕਿਵੇਂ ਮੈਂ ਰਿਹਾ ਹੁੰਦਾ ਹਾਂ ਔਰ ਅੱਜ ਤੁਹਾਡੇ ਸਾਹਮਣੇ ਬੈਠੇ ਹਾਂ। ਹਾਂਜੀ ਜੀ ਬਿਲਕੁਲ ਨਵਤੇਜ ਜੀ, ਤੁਹਾਡੇ ਨਾਲ ਦੇ ਆਸ-ਪਾਸ ਦੇ ਲੋਕਾਂ ਦੇ ਜਿਹੜੇ ਤੁਹਾਡੇ ਸਟਾਫ ਮੈਂਬਰ ਸੀਗੇ, ਉਹਨਾਂ ਦੇ ਪਰਚੇ ਕਿਹੜੇ ਮਾਮਲੇ ਤੇ ਬਲਕਿ ਕਿਹੜੇ ਔਫੈਂਸਿਸ ਲੱਗੀਆਂ ਗਈਆਂ ਤੁਹਾਡੇ ਉੱਤੇ ਲਗਾਈਆਂ ਗਈਆਂ? ਸਾਡੇ ਉੱਤੇ 353, 188 ਔਰ 2 ਕੁਝ ਹੋਰ ਇਹਨਾਂ ਨੇ ਲਗਾਈਆਂ ਸੀਗੀਆਂ ਧਾਰਾਵਾਂ। ਉਹਨਾਂ ਦੇ ਵਿੱਚੋਂ ਮੈਨੂੰ ਬੇਲ ਮਿਲ ਚੁੱਕੀ ਹੈ ਔਰ ਮੈਂ ਚਲੋ ਅੱਜ ਤੁਹਾਡੇ ਬੈਠਾ ਹਾਂ। ਔਰ ਬਾਕੀ ਜਿੱਦਣ ਮੈਨੂੰ ਇਹਨਾਂ ਨੇ ਅਰੈਸਟ ਕੀਤਾ ਸੀਗਾ, ਜਿੱਦਣ ਜੁਡੀਸ਼ੀਅਲੀ ਰਿਮਾਂਡ 'ਤੇ ਭੇਜਣਾ ਸੀਗਾ, ਕੋਰਟ ਵਿੱਚ ਪੇਸ਼ ਕਰਾਉਣਾ ਸੀਗਾ, ਉਦੋਂ ਲੋਕਾਂ ਵੱਲੋਂ ਧਰਨਾ ਲਗਾਇਆ ਜਾਂਦਾ ਹੈ, ਬੜਾ ਹੀ ਜ਼ਬਰਦਸਤ ਰੋਸ ਕੀਤਾ ਜਾਂਦਾ ਹੈ। ਔਰ ਉਸ ਰੋਸ ਦੇ ਕਰਕੇ ਹੀ ਮੈਨੂੰ ਲੱਗਦਾ ਹੈ ਕਿ ਅੱਜ ਮੈਂ ਬਾਹਰ ਆਇਆ ਹਾਂ, ਜਿਸ ਕਰਕੇ ਅੱਜ ਸਾਡਾ ਹਸਪੀਟਲ ਦੀ ਵੀ ਸਾਨੂੰ ਪਰਮਿਸ਼ਨ ਮਿਲ ਗਈ ਹੈ। ਹਸਪੀਟਲ ਵੀ ਸਾਡਾ ਓਪਨ ਹੋਣ ਜਾ ਰਿਹਾ ਹੈ। ਬਿਲਕੁਲ ਨਵਤੇਜ ਜੀ, ਪੁਲਿਸ ਪਹਿਲਾਂ ਵੀ ਕਈ ਮਾਮਲਿਆਂ 'ਚ ਧੱਕਾ ਕਰਦੀ ਨਜ਼ਰ ਆਉਂਦੀ ਦਿਖਾਈ ਦਿੰਦੀ ਹੈ। ਜੇ ਤੁਹਾਡਾ ਹਸਪੀਟਲ ਫਿਰ ਵੀ ਬੰਦ ਰਹਿੰਦਾ, ਅੱਗੋਂ ਤਾਂ ਨਹੀਂ ਹੁੰਦਾ, ਚਲੋ ਤੁਹਾਨੂੰ ਪ੍ਰਸ਼ਾਸਨ ਨੂੰ ਆਸ਼ਵਾਸਨ ਮਿਲ ਗਿਆ, ਜੇ ਫਿਰ ਵੀ ਧੱਕਾ ਕਰਕੇ ਬੰਦ ਕਰ ਦਿੰਦੇ ਫਿਰ ਤੁਸੀਂ ਕੀ ਕਰਦੇ? ਫਿਰ ਅਸੀਂ ਸੜਕ 'ਤੇ ਤੰਬੂ ਲਾਉਣੇ ਸੀਗੇ, ਕਿਉਂਕਿ ਸੇਵਾ ਨਹੀਂ ਬੰਦ ਕਰਨੀ। ਕਿਉਂਕਿ ਸਾਡੇ ਕੋਲ ਜਦੋਂ ਹਸਪੀਟਲ ਨਹੀਂ ਵੀ ਸੀਗਾ, ਉਦੋਂ ਵੀ ਮੇਰੇ ਘਰ ਦੇ ਬਾਹਰ ਰੋਜ਼ 300, 400, 500 ਦੇ ਕਰੀਬ ਮਰੀਜ਼ ਆਉਂਦੇ ਸੀਗੇ। ਔਰ ਅਗਰ ਅੱਜ ਹਸਪੀਟਲ ਆ ਫਿਰ ਵੀ ਉਨੇ ਹੀ ਲੋਕ ਨੇ। ਅਗਰ ਹਸਪੀਟਲ ਬੰਦ ਹੋ ਜਾਂਦਾ ਤੇ ਫਿਰ ਵੀ ਅਸੀਂ ਸੜਕ 'ਤੇ ਤੰਬੂ ਲਾ ਕੇ ਲੋਕਾਂ ਦੀ ਸੇਵਾ ਜਾਰੀ ਰੱਖਣੀ ਸੀਗੀ। ਇਹ ਲੋਕਾਂ ਦੀ ਸੇਵਾ ਨਹੀਂ ਸੀ ਰੁਕਣ ਦੇਣੀ। ਗੱਲ ਕਰ ਲਈ ਨਵਤੇਜ ਜੀ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਲੱਖਾਂ ਰੁਪਈਆ ਬਿੱਲ ਬਣਦਾ ਵਾ, ਜਦੋਂ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ, ਕੋਈ ਮਰੀਜ਼ ਉੱਥੇ ਦਾਖਲ ਹੁੰਦਾ ਤਾਂ ਜਾਂਦੇ ਹੀ ਲੱਖ ਰੁਪਈਆ ਲੈ ਲੈਂਦੇ ਉਹਦੇ ਕੋਲੋਂ। ਤੁਹਾਡਾ ਹਸਪਤਾਲ ਦੇ ਵਿੱਚ ਇੰਨੀ ਲਾਗਤ ਲੱਗੀ, ਇੰਨਾ ਕਰੋੜਾਂ ਰੁਪਈਆ ਲਾਗਤ ਤੁਸੀਂ ਬਣਾਇਆ, ਇੰਨਾ ਸਸਤਾ ਇਲਾਜ ਕਿਵੇਂ ਕਰ ਰਹੇ ਹੋ ਉੱਥੇ? ਪਹਿਲੀ ਗੱਲ ਤਾਂ ਮੈਂ ਇਹ ਕਹਾਂਗਾ ਕਿ ਲੱਖਾਂ ਰੁਪਈਆ ਹੀ ਨਹੀਂ ਉਹ ਲੈਂਦੇ। ਜਦੋਂ ਕੋਈ ਬੰਦਾ ਇਲਾਜ ਦਰਮਿਆਨ ਮਰ ਜਾਂਦਾ ਹੈ ਤਾਂ ਉਹਦੀ ਡੈੱਡ ਬੋਡੀ 'ਤੇ ਵੀ ਕਬਜ਼ਾ ਕਰ ਲਿਆ ਜਾਂਦਾ ਹੈ, ਉਹਦੀ ਡੈੱਡ ਬੋਡੀ ਵੀ ਨਹੀਂ ਦਿੱਤੀ ਜਾਂਦੀ। ਮੇਰੇ ਕੋਲ ਪਤਾ ਨਹੀਂ ਕਿੰਨੇ ਕੁ ਕੇਸ ਆ ਗਏ ਨੇ ਕਿ ਬੰਦਾ ਇਲਾਜ ਕਰਵਾ ਰਿਹਾ ਪ੍ਰਾਈਵੇਟ ਹਸਪੀਟਲ 'ਚੋਂ, ਉਹਦੀ ਮੌਤ ਹੋ ਜਾਂਦੀ ਹੈ
ਔਰ ਅਗਰ ਉਹਦਾ ਬੈਲੈਂਸ ਹੈ ਲੱਖ 2 ਲੱਖ ਰੁਪਇਆ ਜਾਂ 35,000 ਰੁਪਇਆ ਬੈਲੈਂਸ ਸੀਗਾ ਇੱਕ ਵਾਰੀ ਪ੍ਰਾਈਵੇਟ ਕੋਈ ਨਿੱਜੀ ਹਸਪੀਟਲ ਹੀ ਅੰਮ੍ਰਿਤਸਰ ਦਾ 35,000 ਰੁਪਇਆ ਸੀਗਾ ਉਹਨਾਂ ਦਾ ਦੇਣ ਵਾਲਾ ਔਰ ਉਸ ਬੰਦੇ ਦੀ ਲਾਸ਼ ਨੂੰ ਉਹਨਾਂ ਨੇ ਕਿਡਨੈਪ ਕਰ ਲਿਆ ਸੀਗਾ ਇਹ ਲਾਸ਼ ਨਹੀਂ ਦੇਣੀ ਪਹਿਲਾਂ 35,000 ਰੁਪਇਆ ਦਿਓ ਫਿਰ ਉਹ ਬੰਦੇ ਉਹ ਰਿਕਸ਼ਾ ਚਾਲਕ ਸੀਗਾ ਵਿਚਾਰਾ ਉਹਦੇ ਬੱਚੇ ਮੇਰੇ ਕੋਲ ਆਉਂਦੇ ਨੇ ਕਿ ਸਾਡੇ ਡੈਡੀ ਦੀ ਸਾਨੂੰ ਲਾਸ਼ ਲੈ ਦਿਓ ਉਹ ਲਫ਼ਜ਼ ਮੇਰੇ ਦਿਲ ਤੇ ਇੰਨੀ ਬੁਰੀ ਤਰ੍ਹਾਂ ਖੁੱਭਿਆ ਕਿ ਸਾਡੇ ਪਿਤਾ ਦੀ ਸਾਨੂੰ ਲਾਸ਼ ਲੈ ਦਿਓ ਔਰ ਮੈਂ 35,000 ਰੁਪਏ ਉਹਨਾਂ ਬੱਚਿਆਂ ਨੂੰ ਦਿੱਤਾ ਉਹਨਾਂ ਦੇ ਪਿਤਾ ਦੀ ਉਹਨਾਂ ਨੂੰ ਲਾਸ਼ ਲੈ ਕੇ ਦਿੱਤੀ ਬੜੀ ਵੀਡੀਓ ਵਾਇਰਲ ਹੋਈ ਸੀਗੀ ਮੇਰੇ ਪੇਜ ਤੇ ਚੱਲੀ ਸੀਗੀ ਬੜੀ ਇੱਕ ਨਹੀਂ ਇੱਦਾਂ ਦੀਆਂ ਹਜ਼ਾਰਾਂ ਵੀਡੀਓ ਨੇ ਔਰ ਇਹ ਜਾਤੀਆਂ ਵੇਖ ਵੇਖ ਇਹ ਜਦੋਂ ਮਰੀਜ਼ਾਂ ਨੂੰ ਦਦਕਾਰਿਆ ਜਾਂਦਾ ਹੈ ਉਹਨਾਂ ਨੂੰ ਲੁੱਟਿਆ ਜਾਂਦਾ ਹੈ ਕਸੁੱਟਿਆ ਜਾਂਦਾ ਹੈ ICU ਦੇ ਵਿੱਚ ਲਗਾ ਛੱਡਦੇ ਨੇ ਐਵੇਂ ਬੰਦੇ ਨੂੰ ਮਰੇ ਨੂੰ ਹੀ ਪੈਸੇ ਬਣਾਈ ਜਾਂਦੇ ਨੇ ਇਹਨਾਂ ਦੀਆਂ ਧੱਕੇਸ਼ਾਹੀਆਂ ਵੇਖ ਕੇ ਮੇਰੇ ਮਨ 'ਚ ਆਇਆ ਕਿ ਆਪਣਾ ਇੱਕ ਹਸਪੀਟਲ ਹੋਏ ਔਰ ਲੋਕਾਂ ਨੂੰ ਇੱਕ ਵਧੀਆ ਇਲਾਜ ਪ੍ਰੋਪਰ ਦਿੱਤੇ ਜਾਣ ਹਮੇਸ਼ਾ ਨਵਤੇਜ ਗੁੱਗੂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹਮੇਸ਼ਾ ਹਸਪੀਟਲ ਨਹੀਂ ਕਿਉਂਕਿ ਸਸਤਾ ਇਲਾਜ ਕਰ ਦਿੱਤਾ ਨਵਤੇਜ ਗੁੱਗੂ ਸੇਵਾ ਕਰ ਰਿਹਾ ਹੈ ਪ੍ਰਸ਼ਾਸਨ ਲੁੱਟ ਰਿਹਾ ਹੈ ਨਵਤੇਜ ਗੁੱਗੂ ਖੂਨ ਦੇ ਰਿਹਾ ਹੈ ਪ੍ਰਸ਼ਾਸਨ ਪੀ ਰਿਹਾ ਹੈ ਤੇ ਨਿਸ਼ਾਨਾ ਤੇ ਆਪੇ ਨਵਤੇਜ ਸਿੰਘ ਗੁੱਗੂ ਨੇ ਬਣਨਾ ਕਿਉਂਕਿ ਜਿਹੜੇ ਖੂਨ ਪੀ ਰਹੇ ਨੇ ਗਰੀਬਾਂ ਦਾ ਜਿਹੜਾ ਬੰਦਾ ਅਰਚਨ ਬਣੇਗਾ ਉਹਨਾਂ ਨੇ ਉਸ ਬੰਦੇ ਦਾ ਵੀ ਖੂਨ ਹੀ ਪੀਣਾ ਉਹਦੇ ਵੀ ਗਲੇ ਨੂੰ ਦੱਬਣਾ ਆਵਾਜ਼ ਨੂੰ ਨੱਪਣ ਦੀ ਕੋਸ਼ਿਸ਼ ਕਰਨੀ ਹੈ ਉਹਦਾ ਗਲਾ ਪਰ ਇਹ ਆਵਾਜ਼ ਜਿਹੜੀ ਹੈ ਆਵਾਮ ਦੀ ਬਣ ਚੁੱਕੀ ਆਵਾਜ਼ ਇਹ ਸਾਰੇ ਦੀਨ ਦੁਖੀ ਬੇਸਹਾਰਿਆਂ ਦੀ ਆਵਾਜ਼ ਆ ਇਹ ਕਦੇ ਦੱਬੀ ਨਹੀਂ ਜਾ ਸਕਦੀ ਸੱਚ ਕਦੇ ਵੀ ਦੱਬਿਆ ਨਹੀਂ ਜਾਂਦਾ ਹੋਰ ਮਜ਼ਬੂਤ ਹੋ ਕੇ ਉੱਭਰਦਾ ਹੈ ਅੱਛਾ ਕਿ ਦੋਹਾ ਤੋਂ ਫਲਾਈਟ ਵੀ ਆਉਂਦੀ ਹੈ ਜਿਹਦਾ ਨਾਮ ਨਵਤੇਜ ਹਿਊਮੈਨਿਟੀ ਦੇ ਨਾਂ ਤੇ ਰੱਖਿਆ ਜਾਂਦਾ ਉਹ ਕੀ ਸਾਰਾ ਦੱਸਿਓ ਉਹਦੇ ਬਾਰੇ ਕੁਝ ਦੋਹਾ ਕਤਰ ਤੋਂ 13 ਤਰੀਕ ਨੂੰ ਜਿੱਦਣ ਮੇਰੀ ਰਿਹਾਈ ਸੀਗੀ ਜੇਲ੍ਹ ਚੋਂ ਬਾਹਰ ਆਉਣਾ ਸੀ ਮੈਂ ਗੂਠੇ ਲਾ ਰਿਹਾ ਸੀਗਾ ਪਠਾਨਕੋਟ ਜੇਲ੍ਹ ਦੇ ਰਜਿਸਟਰਾਂ ਦੇ ਉੱਤੇ ਔਰ ਦੋਹਾ ਕਤਰ ਤੋਂ ਮੇਰੇ ਨਾਂ ਤੇ ਇੱਕ ਜਹਾਜ਼ ਉੱਡਦਾ ਹੈ ਉਸੇ ਦਿਨ 134 ਬੰਦਿਆਂ ਨੂੰ ਲੈ ਕੇ ਇੱਕ ਜਹਾਜ਼ ਉੱਡਦਾ ਹੈ ਔਰ ਇੰਡੀਆ ਦੀ ਧਰਤੀ ਤੇ ਉਤਰਦਾ ਹੈ ਇੱਥੋਂ ਤੁਸੀਂ ਇਹ ਪਤਾ ਲਾ ਲਓ ਕਿ ਜਿਹੜਾ ਜਹਾਜ਼ ਆ ਉਹਦੇ ਵਿੱਚ 134 ਬੰਦਿਆਂ ਨੂੰ ਸਾਡੇ ਕਲੱਬ ਦੀ ਜਿਹੜੀ ਟੀਮ ਆ ਦੋਹਾ ਕਤਰ ਨਵਤੇਜ ਹਿਊਮੈਨਿਟੀ ਕਲੱਬ ਦੋਹਾ ਕਤਰ ਟੀਮ ਜਿਹੜੀ ਆ ਉਹ 30 35 40 ਲੱਖ ਰੁਪਈਆ ਲਾ ਕੇ ਇੱਕ ਜਹਾਜ਼ ਦਾ ਅਰੇਂਜ ਕਰਦੀ ਹੈ ਲੋਕਾਂ ਦੀ ਟਿਕਟ ਦਾ ਅਰੇਂਜ ਕਰਦੀ ਹੈ ਲੋਕਾਂ ਨੂੰ ਇਕੱਠੇ ਕਰਕੇ ਕਰੋਨਾ ਦੇ ਦਰਮਿਆਨ ਜਿਹੜੇ ਲੋਕ ਘਰਾਂ 'ਚ ਨਹੀਂ ਆ ਪਾ ਰਹੇ ਜਿਹੜੇ ਫਸ ਗਏ ਸੀਗੇ ਉਹਨਾਂ ਲੋਕਾਂ ਨੂੰ ਉਹਨਾਂ ਦੇ ਪਰਿਵਾਰਾਂ 'ਚ ਪਹੁੰਚਾਉਂਦੀ ਆ 13 ਤਰੀਕ ਨੂੰ ਜਹਾਜ਼ ਉੱਡਦਾ ਹੈ ਔਰ ਉੱਧਰੋਂ ਉਸ ਸੰਸਥਾ ਦਾ ਜਿਹੜਾ ਮੁੱਖ ਸੇਵਾਦਾਰ ਆ ਉਹ ਵਿਚਾਰਾ ਗੂਠੇ ਲਾ ਰਿਹਾ ਉੱਥੇ ਆਪਣੀ ਰਿਹਾਈ ਵਾਸਤੇ ਇਹ ਫਰਕ ਆ ਦੇਹੋ ਕਤਰ ਦੀ ਸਰਕਾਰ 'ਚ ਤੇ ਸਾਡੇ ਸਰਕਾਰ 'ਚ ਇਹ ਫਰਕ ਆ ਅਗਰ ਮੈਂ ਸੋਚਦਾ ਕਿ ਅਗਰ ਮੈਂ ਉੱਥੇ ਚਲਾ ਜਾਵਾਂ ਤਾਂ ਅੰਬੈਸੀ ਵਾਲੇ ਮੈਨੂੰ 골ਡ ਮੈਡਲਾਂ ਨਾਲ ਸਨਮਾਨਿਤ ਕਰਨ ਕਿਉਂਕਿ ਜੇ ਉਹ ਅੰਬੈਸੀ ਮੇਰੇ ਨਾਂ ਤੇ ਫਲੈਟ ਉਡਾ ਸਕਦੀ ਆ ਮੇਰੇ ਨਾਂ ਤੇ ਇੱਕ ਜਹਾਜ਼ ਮੇਰੇ ਨਾਂ ਤੇ ਨਹੀਂ ਨਵਤੇਜ ਹਿਊਮੈਨਿਟੀ ਕਲੱਬ ਜਿਹੜਾ ਚਲੋ ਇੱਕ ਫੇਸਬੁੱਕ ਤੇ ਚਲੋ ਚੱਲਦਾ ਸਾਡਾ ਸਾਰੇ ਔਰ ਅਗਰ ਸਾਡੇ ਕਲੱਬ ਦੇ ਨਵਤੇਜ ਹਿਊਮੈਨਿਟੀ ਹਸਪੀਟਲ ਨਾਂ ਤੇ ਇੱਕ ਜਹਾਜ਼ ਉੱਡ ਸਕਦਾ ਹੈ ਔਰ ਇੱਥੇ ਉਸ ਬੰਦੇ ਨੂੰ ਜੰਜੀਰਾਂ ਦੇ ਵਿੱਚ ਜਕੜ ਕੇ ਜੇਲ੍ਹ 'ਚ ਸੁੱਟਿਆ ਜਾਂਦਾ ਹੈ ਇਹ ਫਰਕ ਆ ਹਾਂਜੀ ਕੱਲ੍ਹ ਇੱਕ ਤੁਹਾਡੀ ਕੋਈ ਹੋਰ ਵੀਡੀਓ ਵਾਇਰਲ ਹੋ ਰਹੀ ਜਿੱਥੇ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਕੋਈ ਵਾਅਦਾ ਕਰ ਰਹੇ ਹੋ ਪ੍ਰੋਮਿਸ ਕਰ ਰਹੇ ਹੋ ਉਹ ਕਿਹੜਾ ਵਾਅਦਾ ਤੇ ਕੀ ਪ੍ਰੋਮਿਸ ਕੀਤਾ ਗਿਆ ਉਹਨਾਂ ਨੂੰ ਦੇਖੋ ਜਿੱਦਣ ਮੈਨੂੰ ਇਹਨਾਂ ਜੁਡੀਸ਼ੀਅਲੀ ਰਿਮਾਂਡ 'ਤੇ ਭੇਜਣਾ ਸੀਗਾ ਕਚਹਿਰੀ 'ਚ ਪੇਸ਼ ਕਰਾਉਣਾ ਸੀਗਾ ਜਿੱਦਣ ਮੈਨੂੰ ਗ੍ਰਿਫਤਾਰ ਕਰਦੀ ਹੈ ਪੁਲਿਸ ਬੜੀ ਧੱਕੇਸ਼ਾਹੀ ਨਾਲ ਮੇਰੀ ਗ੍ਰਿਫਤਾਰੀ ਹੁੰਦੀ ਹੈ ਤੁਸੀਂ ਸਾਰਿਆਂ ਨੇ ਦੇਖੀ ਹੋਈ ਲਾਈਵ ਉਸ ਦੇ ਰੋਸ ਵਿੱਚ ਇੱਕ ਧਰਨਾ ਲੱਗਦਾ ਹੈ ਬਟਾਲੇ ਕਚਹਿਰੀ ਦੇ ਗੇਟ 'ਤੇ ਬਾਹਰ ਜਿਸ ਧਰਨੇ ਦੇ ਵਿੱਚ ਹਰ ਵਰਗ ਦੀਆਂ ਜਥੇਬੰਦੀਆਂ ਪਹੁੰਚਦੀਆਂ ਨੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਉਸ ਧਰਨੇ 'ਚ ਪਰ ਉੱਥੇ ਇੱਕ ਝੁੱਗੀ ਝੌਂਪੜੀਆਂ ਤੋਂ 2-3 ਮਾਸੂਮ ਬੱਚੇ ਵੀ ਆ ਕੇ ਬੈਠਦੇ ਨੇ ਔਰ ਇੰਨੀ ਧੁੱਪ ਸੀਗੀ ਔਰ ਇੰਨੀ ਸੜਕ ਜਿਹੜੀ ਤਪ ਰਹੀ ਸੀਗੀ ਕਿ ਲੋਕਾਂ ਦੇ ਸਾਲੇ ਪੈ ਗਏ ਉਸ ਦਿਨ ਪਰ ਉਹ 3-4 ਮਾਸੂਮ ਬੱਚੇ ਉਸ ਦਿਨ ਉਸ ਧਰਨੇ ਵਿੱਚ ਬੈਠੇ ਸੀਗੇ ਉਹਨਾਂ ਨੇ ਇੱਕ ਜ਼ੁਲਮ ਦੇ ਖਿਲਾਫ ਜਿਹੜਾ ਹਾਂ ਦਾ ਨਾਅਰਾ ਵੱਜ ਰਿਹਾ ਸੀ ਸ਼ਾਇਦ ਉਹਨਾਂ ਬੱਚਿਆਂ ਦੀ ਇੱਕ ਤੋਤਲੀ ਆਵਾਜ਼ ਵੀ ਉਸ ਨਾਅਰੇ ਦੇ ਵਿੱਚ ਗੂੰਜਦੀ ਹੋਏ ਔਰ ਮੈਂ ਜਦੋਂ ਉਹਨੂੰ ਪਤਾ ਲੱਗਾ ਕਿ ਉਹ ਬੱਚੇ ਉਸ ਦਿਨ ਉਹ ਧਰਨੇ 'ਚ ਬੈਠੇ ਸਨ ਧੁੱਪੇ ਔਰ ਮੈਂ ਉਹਨਾਂ ਬੱਚਿਆਂ ਨੂੰ ਉਹਨਾਂ ਨੂੰ ਇੱਕ ਗਿਫਟ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਬੱਚਿਆਂ ਦੀਆਂ ਜਿਹੜੀਆਂ ਝੁੱਗੀਆਂ ਨੇ ਉਹ ਮਕਾਨਾਂ ਵਿੱਚ ਬਦਲ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਘਰ ਦਿੱਤੇ ਜਾਣਗੇ ਗਿਫਟ ਵਿੱਚ ਕਿਉਂਕਿ ਜੇ ਮੈਂ ਉਹਨਾਂ ਨੂੰ ਮਕਾਨ ਬਣਾ ਕੇ ਦੇਵਾਂਗਾ ਔਰ ਬਾਕੀ ਲੋਕਾਂ 'ਤੇ ਵੀ ਬਹੁਤ ਵੱਡਾ ਅਸਰ ਹੋਏਗਾ ਕਿ ਅਗਰ ਸੱਚ ਦੇ ਹੱਕ 'ਚ ਅਸੀਂ ਖੜ੍ਹਦੇ ਹਾਂ ਨਾਅਰਾ ਮਾਰਦੇ ਹਾਂ ਜ਼ੁਲਮ ਦੇ ਖਿਲਾਫ ਹਾਂ ਦਾ ਨਾਅਰਾ ਅਗਰ ਕਿਤੇ ਪਾਪ ਹੋ ਰਿਹਾ ਧੱਕੇਸ਼ਾਹੀ ਹੋ ਰਹੀ ਹੈ ਇੱਕ ਐਡਾ ਵੱਡਾ ਮੰਦਰ ਗੁਰਦੁਆਰਾ ਮਸੀਤ ਹੀ ਇਸ ਹਸਪੀਟਲ ਨੂੰ ਕਿਹਾ ਜਾ ਸਕਦਾ ਜਿੱਥੋਂ ਲੋਕ ਆਪਣਾ ਜੀਵਨ ਲੈ ਕੇ ਜਾਂਦੇ ਨੇ ਉਸ ਹਸਪੀਟਲ ਨੂੰ ਬੰਦ ਕਰ ਦਿੱਤਾ ਜਾਂਦਾ ਉਹਦੇ ਮੁੱਖ ਸੰਚਾਲਕ ਨੂੰ ਜੇਲ੍ਹ 'ਚ ਸੁੱਟਿਆ ਜਾਂਦਾ ਔਰ ਉਹਦੇ ਹੱਕ ਦੇ ਵਿੱਚ ਅਗਰ ਜਿਹੜੇ ਲੋਕ ਆਵਾਜ਼ ਉਠਾਉਂਦੇ ਨੇ ਉਹ ਤੋਂ ਵੱਡਾ ਉਹ ਐਪਰੀਸ਼ੀਏਟ ਆ ਮੇਰੇ ਵੱਲੋਂ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਗਿਆ ਉਹਨਾਂ ਬੱਚਿਆਂ ਨੂੰ ਔਰ ਬਾਕੀ ਲੋਕਾਂ ਨੂੰ ਮੈਂ ਇੱਕ ਨਸੀਹਤ ਦਿੱਤੀ ਆ ਕਿ ਦੂਰ ਹੋ ਕੇ ਤਮਾਸ਼ਾ ਨਾ ਵੇਖੋ ਜਿੱਥੇ ਧੱਕਾ ਜਾਂ ਪਾਪ ਹੁੰਦਾ ਵਾ ਉਹ ਵੇਖਣ ਵਾਲਾ ਵੀ ਉਹਨਾਂ ਗੁਨਾਹਗਾਰ ਆ ਜਿੰਨਾ ਧੱਕਾ ਕਰਨ ਵਾਲਾ ਬੰਦਾ ਔਰ ਬੜਾ ਉਦੋਂ ਅਫਸੋਸ ਹੋਇਆ ਕਿ ਬੱਚੇ ਛੋਟੇ ਛੋਟੇ ਆਏ ਨੇ ਪਰ ਕਈ
ਤੁਸੀਂ ਦੇਖਿਆ ਕਿ ਮੈਨੂੰ ਬੜਾ ਇਸ ਚੀਜ਼ ਦਾ ਮੈਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਦੂਰ ਦੂਰ ਦੀਆਂ ਸੰਗਤਾਂ ਤੋਂ ਕਿ ਸਾਡੇ ਬਟਾਲੇ ਦੇ ਲੋਕਾਂ ਨੇ ਅੱਗੇ ਆ ਕੇ ਸਾਥ ਨਹੀਂ ਦਿੱਤਾ। ਹਾਂਜੀ ਜੀ ਨਵਤੇਜ ਕਿ ਆਉਣ ਵਾਲੇ ਟਾਈਮ 'ਚ ਅਗਲੇ ਪਾਸੇ ਤੁਹਾਡੀ ਕੀ ਪਲੈਨਿੰਗ ਹੈ ਇਸ ਤੋਂ ਬਾਅਦ ਹੁਣ ਇਸ ਤੋਂ ਅੱਗੇ ਤੁਸੀਂ ਕੀ ਕਰਨ ਜਾ ਰਹੇ ਹੋ? ਹਾਂਜੀ ਹੁਣ ਪਹਿਲਾਂ ਤਾਂ ਇਹਦੇ ਵਿੱਚੋਂ ਆਪਾਂ ਹੁਣ ਬਾਕੀ 2 ਬੰਦਿਆਂ ਦੀਆਂ ਵੀ ਬੇਲ ਹੋਣ ਵਾਲੀਆਂ ਨੇ। ਬਾਕੀ ਮੈਂ ਇੱਕ ਗੱਲ ਜ਼ਰੂਰ ਇੱਥੇ ਇੱਕ ਮੈਸੇਜ ਦੇਵਾਂਗਾ ਕਿ ਬਟਾਲੇ ਦੇ ਵਿੱਚੋਂ ਲੋਕਾਂ ਨੇ ਸਾਥ ਨਹੀਂ ਦਿੱਤਾ, ਪਰ ਇੱਕ ਸ਼ਖਸ ਇੱਦਾਂ ਦੇ ਨੇ ਵਿਜੇ ਤਰੇਨ ਜੀ, ਬੜੇ ਉੱਘੇ ਸਮਾਜ ਸੇਵਕ ਨੇ। ਉਹ ਅਗਰ ਕੋਈ ਆਗੂ ਟਾਈਪ ਆਪਾਂ ਦੇਖਿਆ ਜਾਵੇ ਮੋਹਤਵਰ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਸਮਾਜ ਦੇ ਲੋਕ, ਉਹਨਾਂ ਦੇ ਵਿੱਚੋਂ ਵਿਜੇ ਤਰੇਨ ਜੀ ਉਸ ਦਿਨ ਧਰਨੇ 'ਚ ਆ ਕੇ ਬੈਠੇ ਸਨ। ਪੂਰੇ ਸ਼ਹਿਰ ਦੇ ਵਿੱਚ ਉਹ ਇੱਕ ਹੀ ਬੰਦਾ ਅੱਗੇ ਆਇਆ, ਮਤਲਬ ਬਾਕੀ ਸਭ ਦੂਰੋਂ ਦੂਰੋਂ ਆਉਂਦੇ ਨੇ, ਜਾਂ ਮੇਰੇ ਕੋਲ 5-10 ਮੇਰੇ ਆਪਣੇ ਕੁਝ ਰਿਸ਼ਤੇਦਾਰ ਜੋ 2-4 ਸੱਜਣ ਮਿੱਤਰ ਸੀਗੇ, ਬਾਕੀ ਦੂਰੋਂ ਦੂਰੋਂ ਜਥੇਬੰਦੀਆਂ ਆਉਂਦੀਆਂ ਨੇ। ਔਰ ਇਹ ਇੱਕ ਬੜਾ ਪਿਆਰਾ ਮੈਸੇਜ ਸੀਗਾ, ਬਾਕੀ ਲੋਕਾਂ ਵਾਸਤੇ ਨਸੀਹਤ ਆ, ਬਾਕੀ ਲੋਕਾਂ ਨੂੰ ਵੀ ਇਸ ਚੀਜ਼ ਤੋਂ ਕੁਛ ਸਿੱਖਣਾ ਚਾਹੀਦਾ ਹੈ। ਹਾਂਜੀ ਇਹ ਸਨ ਨਵਤੇਜ ਸਿੰਘ ਗੁੱਗੂ ਜੋ ਕਿ ਹਿਊਮੈਨਿਟੀ ਕਲੱਬ ਦੇ ਇੰਚਾਰਜ ਨੇ। ਇਹਨਾਂ ਨੇ ਸਾਡੇ ਨਾਲ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਕੀਤੀ ਤੇ ਦੱਸਿਆ ਆਪਣੇ ਵੱਲੋਂ ਕੀ ਇਹਨਾਂ ਦਾ ਮਾਮਲਾ ਦਰਜ ਹੋਇਆ ਤੇ ਅੱਜ ਇਹ ਜ਼ਮਾਨਤ ਤੇ ਬਾਹਰ ਆ ਚੁੱਕੇ ਨੇ। ਕੈਮਰਾਮੈਨ ਰਾਜੀਵ ਦੇ ਨਾਲ ਨੀਰਜ ਰੋਤਰਾ, ਸਕਾਈ ਨਿਊਜ਼ ਪੰਜਾਬ ਲਈ ਗੁਰਦਾਸਪੁਰ।